ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ 'ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। PS ਟੈਟ, ਮਾਸਟਰ ਕੇਡਰ, ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ PS ਟੈਟ ਤੇ ਮਾਸਟਰ ਕੇਡਰ ਸਮਾਜਿਕ ਸਿੱਖਿਆ ਦੇ ਨਾਲ ਸੰਬੰਧਿਤ ਬਹੁਤ ਸਾਰੇ ਵੀਡੀਓਜ਼ ਅਸੀਂ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਕਵਰ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਾਡੇ WhatsApp ਗਰੁੱਪ ਦੇ ਵਿੱਚ ਜੋ ਇਸ ਐਤਵਾਰ ਨੂੰ ਟੈਸਟ ਲਿਆ ਗਿਆ ਸੀ ਇਤਿਹਾਸ ਅਤੇ ਨਾਗਰਿਕ ਸ਼ਾਸਤਰ ਦਾ। ਉਸ ਦੇ ਵਿੱਚੋਂ ਇਤਿਹਾਸ ਦਾ ਟੌਪਿਕ ਆਪਾਂ ਕੱਲ੍ਹ ਵੀਡੀਓ ਵਿੱਚ ਕਲੀਅਰ ਕਰ ਚੁੱਕੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਨਾਗਰਿਕ ਸ਼ਾਸਤਰ ਦੇ ਨਾਲ ਸੰਬੰਧਿਤ 75 ਮਹੱਤਵਪੂਰਨ ਪ੍ਰਸ਼ਨ ਆਪਾਂ ਡਿਸਕਸ ਕਰਾਂਗੇ। ਸੋ ਜੇਕਰ ਕਿਸੇ ਵੀ ਸਾਥੀ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਵੀਡੀਓ ਦੇ ਅਖੀਰ ਵਿੱਚ ਤੁਹਾਨੂੰ 5 ਪ੍ਰਸ਼ਨ ਜ਼ਰੂਰ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟ ਦੇ ਵਿੱਚ ਦੇਣੇ ਆ ਜੀ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਸੰਵਿਧਾਨ ਦਾ ਰੱਖਿਅਕ ਕੌਣ ਹੈ? ਭਾਰਤੀ ਸੰਵਿਧਾਨ ਦਾ ਰੱਖਿਅਕ ਕੌਣ ਹੈ ਜੀ? ਕਾਰਜਪਾਲਿਕਾ, ਉੱਚ ਅਦਾਲਤ, ਨਿਆਂਪਾਲਿਕਾ, ਵਿਧਾਨਪਾਲਿਕਾ। ਸੋ ਸੰਵਿਧਾਨ ਦਾ ਰੱਖਿਅਕ ਹੈ ਜੀ ਨਿਆਂਪਾਲਿਕਾ। ਭਾਰਤ ਦੀ ਸਰਵ ਉੱਚ ਅਦਾਲਤ ਕਿੱਥੇ ਹੈ? ਦਿੱਲੀ, ਚੰਡੀਗੜ੍ਹ, ਹਰਿਆਣਾ, ਪਟਿਆਲਾ। ਸੋ ਭਾਰਤ ਦੀ ਅਦਾਲਤ ਸੁਪਰੀਮ ਕੋਰਟ ਕਿੱਥੇ ਹੈ ਜੀ? ਦਿੱਲੀ ਦੇ ਵਿੱਚ। ਸਰਵ ਉੱਚ ਅਦਾਲਤ ਦੇ ਗਠਨ ਤੇ ਕੰਮਾਂ ਨਾਲ ਸੰਬੰਧਿਤ ਆਰਟੀਕਲ 130 ਤੋਂ 175, ਆਰਟੀਕਲ 125 ਤੋਂ 50, ਆਰਟੀਕਲ 120 ਤੋਂ 47, ਆਰਟੀਕਲ 124 ਤੋਂ 47। ਸੋ ਰਾਈਟ ਹੈ ਜੀ ਆਰਟੀਕਲ 124 ਤੋਂ 147। ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜੀ ਆਰਟੀਕਲ 124 ਕਿਸ ਦੇ ਨਾਲ ਸੰਬੰਧਿਤ ਹੈ। ਸਰਵ ਉੱਚ ਅਦਾਲਤ ਦੇ ਮੁੱਖ ਜੱਜ ਕਿੰਨੀ ਉਮਰ ਤੱਕ ਅਹੁਦੇ 'ਤੇ ਰਹਿ ਸਕਦਾ? 65 ਸਾਲ ਤੱਕ, 62 ਸਾਲ ਤੱਕ, 64 ਸਾਲ ਤੱਕ ਅਤੇ 55 ਸਾਲ ਤੱਕ। ਸਰਵ ਉੱਚ ਅਦਾਲਤ ਦਾ ਜੱਜ ਕਿੰਨੀ ਦੇਰ ਰਹਿ ਸਕਦਾ ਜੀ? 65 ਸਾਲ ਦੀ ਉਮਰ ਤੱਕ। ਅਤੇ ਹਾਈ ਕੋਰਟ ਦਾ ਜੱਜ 62 ਸਾਲ ਤੱਕ ਜੀ। ਜ਼ਰੂਰ ਧਿਆਨ ਦੇਣਾ ਦੇਖਿਓ ਜੀ। ਜੋ ਸੁਪਰੀਮ ਕੋਰਟ ਦਾ ਜੱਜ ਹੈ ਉਹ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ, ਅਤੇ ਜੋ ਹਾਈ ਕੋਰਟ ਦਾ ਜੱਜ ਹੈ ਉਹ 62 ਸਾਲ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ। ਕਾਰਜਵਾਹਕ ਮੁੱਖ ਨਿਆਂਧੀਸ਼ ਦੇ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ? ਆਰਟੀਕਲ 125, ਆਰਟੀਕਲ 147, ਆਰਟੀਕਲ 149 ਅਤੇ ਆਰਟੀਕਲ 126। ਸੋ ਕਾਰਜਵਾਹਕ ਮੁੱਖ ਜੱਜ ਦੇ ਨਾਲ ਸੰਬੰਧਿਤ ਆਰਟੀਕਲ ਹੈ ਜੀ 126। ਜ਼ਰੂਰ ਯਾਦ ਰੱਖਿਓ ਜੀ ਆਰਟੀਕਲ 126 ਕਾਰਜਵਾਹਕ ਨਿਆਂਧੀਸ਼ ਦੇ ਨਾਲ ਸੰਬੰਧਿਤ ਹੈ। ਸਰਵ ਉੱਚ ਅਦਾਲਤਾਂ ਦੀ ਸਹੁੰ ਦੀ ਰਸਮ ਦੇ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ? ਆਰਟੀਕਲ 124 5, ਆਰਟੀਕਲ 124 6, ਆਰਟੀਕਲ 124 4, 125 5। ਸੋ ਰਾਈਟ ਹੈ ਜੀ ਆਰਟੀਕਲ 124 6। ਬੀ ਆਨਸਰ ਹੈ ਜਿਹੜਾ ਆਪਣਾ ਰਾਈਟ ਹੈ ਜੀ। ਉੱਚ ਅਦਾਲਤ ਦੇ ਕਾਰਜ ਖੇਤਰ ਨੂੰ ਕੌਣ ਵਧਾ ਸਕਦਾ ਹੈ? ਜੇਕਰ ਕਿਸੇ ਵੀ ਹਾਈ ਕੋਰਟ ਦਾ ਖੇਤਰ ਵਧਾਉਣਾ ਜਾਂ ਘਟਾਉਣਾ ਹੋਵੇ ਤਾਂ ਇਹ ਕਾਰਜ ਸ਼ਕਤੀ ਕਿਸ ਕੋਲ ਹੈ ਜੀ? ਸੰਸਦ, ਸਰਵਉੱਚ ਅਦਾਲਤ, ਵਿਧਾਨ ਸਭਾ, ਕੋਈ ਨਹੀਂ। ਸੋ ਰਾਈਟ ਹੈ ਜੀ ਸੰਸਦ। ਪਾਰਲੀਮੈਂਟ ਹੀ ਕਿਸੇ ਅਦਾਲਤ ਦਾ ਖੇਤਰ ਵਧਾ ਸਕਦੀ ਹੈ ਜਾਂ ਘਟਾ ਸਕਦੀ ਹੈ। ਹਾਈ ਕੋਰਟ ਦਾ ਜੱਜ ਕਿੰਨੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ ਜੀ? ਪਹਿਲਾਂ ਵੀ ਰਿਪੀਟ ਕਰ ਚੁੱਕੇ ਹਾਂ ਜੀ 62 ਸਾਲ ਤੱਕ ਦੀ ਉਮਰ ਤੱਕ। ਅਭਿਲੇਖ ਅਦਾਲਤ ਵਿਧਾਨ ਸਭਾ, ਰਾਜ ਸਭਾ, ਸਰਵਉੱਚ ਅਦਾਲਤ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਹੈ ਜੀ ਸਰਵਉੱਚ ਅਦਾਲਤ ਨੂੰ ਅਭਿਲੇਖ ਅਦਾਲਤ ਕਿਹਾ ਜਾਂਦਾ ਕਿਉਂਕਿ ਸਰਵਉੱਚ ਅਦਾਲਤ ਦੇ ਫੈਸਲੇ ਅਖਬਾਰਾਂ ਦੇ ਵਿੱਚ ਪਬਲਿਸ਼ ਕੀਤੇ ਜਾਂਦੇ ਆ। ਜੱਜਾਂ ਦੀ ਪੈਨਸ਼ਨ ਅਤੇ ਸੇਵਾ ਮੁਕਤੀ ਦੀ ਵਿਵਸਥਾ ਸਭ ਤੋਂ ਪਹਿਲਾਂ ਕਦੋਂ ਕੀਤੀ ਗਈ? 1976 ਵਿੱਚ, 77 ਵਿੱਚ, 1975 ਵਿੱਚ, 1972 ਵਿੱਚ। ਸਭ ਤੋਂ ਪਹਿਲਾਂ 1976 ਦੇ ਵਿੱਚ ਜੱਜਾਂ ਦੀ ਪੈਨਸ਼ਨ ਅਤੇ ਸੇਵਾ ਮੁਕਤੀ ਦੇ ਨਾਲ ਸੰਬੰਧਿਤ ਵਿਵਸਥਾ ਕੀਤੀ ਗਈ ਸੀ।
ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਅਸੀਂ YouTube ਚੈਨਲ 'ਤੇ ਸਪੈਸ਼ਲ ਟੈਸਟ ਸੀਰੀਜ਼ ਵੀ ਸਟਾਰਟ ਕੀਤੀ ਹੋਈ ਆ, ਆਪ ਸਭ ਨੇ ਉਹ ਵੀ ਜ਼ਰੂਰ ਅਟੈਂਪਟ ਕਰਨੀ ਆ। ਅਤੇ ਸਾਡੇ ਡੇਲੀ ਟੈਸਟ ਦੇਣ ਦੇ ਲਈ ਸਾਡੇ YouTube ਚੈਨਲ ਦੇ ਇਲਾਵਾ WhatsApp ਗਰੁੱਪ ਵੀ ਜ਼ਰੂਰ ਜੁਆਇਨ ਕਰੋ ਜੀ। ਉੱਚ ਅਦਾਲਤ ਦੇ ਜੱਜਾਂ ਨੂੰ ਸਹੁੰ ਕੌਣ ਚੁਕਾਉਂਦਾ ਹੈ? ਰਾਸ਼ਟਰਪਤੀ, ਸਰਵਉੱਚ ਅਦਾਲਤ ਦੇ ਜੱਜ, ਪ੍ਰਧਾਨ ਮੰਤਰੀ, ਰਾਜਪਾਲ। ਸੋ ਰਾਈਟ ਹੈ ਜੀ, ਸਰਵਉੱਚ ਅਦਾਲਤ ਦੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਕੌਣ ਸਹੁੰ ਚੁਕਾਉਂਦਾ ਹੈ ਜੀ? ਉੱਚ ਅਦਾਲਤ ਦੇ ਜੱਜਾਂ ਨੂੰ ਰਾਜਪਾਲ ਸਹੁੰ ਚੁਕਾਉਂਦਾ। ਸਰਵਉੱਚ ਅਦਾਲਤ ਦੀ ਸੁਣਵਾਈ ਕਿਸ ਅਧੀਨ ਦੀਵਾਨੀ ਮਾਮਲੇ ਆਰਟੀਕਲ 130, 132, 131, 133। ਸੋ ਰਾਈਟ ਹੈ ਜੀ, ਆਰਟੀਕਲ 133 ਦੇ ਅਧੀਨ ਸਰਵਉੱਚ ਅਦਾਲਤ ਜੋ ਦੀਵਾਨੀ ਫੈਸਲੇ ਆ, ਮਾਮਲੇ ਆ, ਉਹਨਾਂ 'ਤੇ ਫੈਸਲੇ ਕਰਦੀ ਹੈ। ਜਦੋਂ ਉੱਚਤਮ ਅਦਾਲਤ ਬਣੀ ਤਾਂ ਉਸ ਸਮੇਂ ਕਿੰਨੇ ਜੱਜਾਂ ਦੀ ਵਿਵਸਥਾ ਕੀਤੀ ਗਈ? 1 ਮੁੱਖ ਜੱਜ ਅਤੇ 7 ਹੋਰ ਜੱਜ, 1 ਮੁੱਖ ਜੱਜ ਅਤੇ 10 ਹੋਰ ਜੱਜ, 12 ਹੋਰ ਜੱਜ, 13 ਹੋਰ ਜੱਜ। ਸੋ ਰਾਈਟ ਹੈ, ਜਦੋਂ ਉੱਚਤਮ ਅਦਾਲਤ ਬਣੀ ਸੀ ਤਾਂ ਉਸ ਸਮੇਂ 1 ਮੁੱਖ ਜੱਜ ਅਤੇ 7 ਹੋਰ ਜੱਜ ਦੀ ਵਿਵਸਥਾ ਕੀਤੀ ਗਈ ਸੀ। ਉੱਚ ਅਦਾਲਤ ਵਿੱਚ ਕਿੰਨੇ ਜੱਜ ਹੋਣਗੇ, ਇਹ ਸੰਖਿਆ ਕੌਣ ਨਿਸ਼ਚਿਤ ਕਰਦਾ ਹੈ? ਸਰਵਉੱਚ ਅਦਾਲਤ ਦੇ ਜੱਜ, ਰਾਸ਼ਟਰਪਤੀ, ਰਾਜਪਾਲ, ਪ੍ਰਧਾਨ ਮੰਤਰੀ। ਸੋ ਇਹ ਕਰਦਾ ਜੀ ਰਾਸ਼ਟਰਪਤੀ। ਰਾਈਟ ਹੈ ਜੀ, ਰਾਸ਼ਟਰਪਤੀ। ਜ਼ਿਲ੍ਹਾ ਅਦਾਲਤਾਂ ਵਿੱਚ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉੱਚ ਅਦਾਲਤ ਦੇ ਜੱਜ, ਰਾਜਪਾਲ। ਸੋ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਜੀ? ਰਾਜਪਾਲ। ਪਹਿਲੀ ਲੋਕ ਅਦਾਲਤ ਕਦੋਂ ਲਗਾਈ ਗਈ? ਪਹਿਲੀ ਲੋਕ ਅਦਾਲਤ ਕਦੋਂ ਲਗਾਈ ਗਈ ਸੀ ਜੀ? 6 ਅਕਤੂਬਰ 1985, 5 ਅਪ੍ਰੈਲ 1986, 10 ਅਕਤੂਬਰ 1985, 10 ਅਪ੍ਰੈਲ 1985। ਸੋ ਕਦੋਂ ਲਗਾਈ ਗਈ ਸੀ ਜੀ? 6 ਅਕਤੂਬਰ 1985 ਨੂੰ ਦਿੱਲੀ ਵਿੱਚ। ਭਾਰਤ ਦੇ ਪਹਿਲੇ ਕਾਨੂੰਨ ਮੰਤਰੀ PN ਭਗਵਤੀ, SC ਸੀਤਲਵਾੜ, ਅਰਵਿੰਦ ਬੋਬਡੇ, VR ਅੰਬੇਦਕਰ। ਸੋ ਪਹਿਲੇ ਕਾਨੂੰਨ ਮੰਤਰੀ ਸੀ ਜੀ ਡਾਕਟਰ BR ਅੰਬੇਦਕਰ। ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜੀ, ਡਾਕਟਰ BR ਅੰਬੇਦਕਰ ਸੰਵਿਧਾਨ ਦੀ ਕਿਹੜੀ ਕਮੇਟੀ ਦੇ ਚੇਅਰਪਰਸਨ ਸਨ? ਪੰਜਾਬ ਹਰਿਆਣਾ ਹਾਈ ਕੋਰਟ ਦੇ ਵਰਤਮਾਨ ਮੁੱਖ ਜੱਜ ਰਵੀ ਸ਼ੰਕਰ ਪ੍ਰਸਾਦ, PN ਭਗਵਤੀ, ਰਵੀ ਸ਼ੰਕਰ ਝਾ, SC ਸੀਤਲਵਾੜ। ਸੋ ਰਾਈਟ ਹੈ ਜੀ, ਰਵੀ ਸ਼ੰਕਰ ਝਾ। ਜੋ ਰਵੀ ਸ਼ੰਕਰ ਪ੍ਰਸਾਦ ਨੇ ਉਹ ਭਾਰਤ ਦੇ ਕਾਨੂੰਨ ਮੰਤਰੀ ਨੇ, ਜੋ PN ਭਗਵਤ ਨੇ ਉਹ ਲੋਕ ਅਦਾਲਤਾਂ ਦੇ ਜਨਕ ਨੇ। ਭਾਰਤ ਦੇ ਮੁੱਖ ਜੱਜ ਦੀ ਮਹੀਨਾਵਾਰ ਤਨਖਾਹ ਕਿੰਨੀ ਹੈ ਜੀ? ਭਾਰਤ ਦੇ ਮੁੱਖ ਜੱਜ ਦੀ ਤਨਖਾਹ ਕਿੰਨੀ ਹੈ ਜੀ? 2,80,000 ਪ੍ਰਤੀ ਮਹੀਨਾ। ਸਰਵਉੱਚ ਅਦਾਲਤ ਦੀ ਪਹਿਲੀ ਮਹਿਲਾ ਜੱਜ ਨਜ਼ਮਾ ਹੈਪਤੁੱਲਾ, ਫਾਤਿਮਾ ਬੀਬੀ, ਸਰੋਜਨੀ ਨਾਇਡੂ, ਸੰਤੋਸ਼ ਜਾਦਵ। ਸੋ ਰਾਈਟ ਹੈ ਜੀ, ਫਾਤਿਮਾ ਬੀਬੀ। ICC ਨੇ ਆਪਣਾ ਕੰਮ ਕਦੋਂ ਸ਼ੁਰੂ ਕੀਤਾ? 12 ਮਾਰਚ 2003, 14 ਮਾਰਚ 2002, 25 ਮਾਰਚ 2003, 15 ਅਪ੍ਰੈਲ 2004। ਸੋ ਰਾਈਟ ਹੈ ਜੀ, 12 ਮਾਰਚ 2003। ਸੁਪਰੀਮ ਕੋਰਟ ਰਿਟ ਕਦੋਂ ਕਢਵਾ ਸਕਦਾ ਹੈ? ਮੂਲ ਅਧਿਕਾਰਾਂ ਦੇ ਉਲੰਘਣ 'ਤੇ, ਸਮਾਨ ਅਧਿਕਾਰਾਂ ਦੇ ਉਲੰਘਣ 'ਤੇ, A ਤੇ B ਦੋਵੇਂ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਹੈ ਜੀ, ਪਹਿਲਾ ਤੇ ਦੂਜਾ ਦੋਵੇਂ। ਸੁਪਰੀਮ ਕੋਰਟ ਰਿਟ ਕਢਵਾ ਸਕਦਾ ਹੈ ਜਦੋਂ ਮੂਲ ਅਧਿਕਾਰਾਂ ਜਾਂ ਸਮਾਨ ਅਧਿਕਾਰਾਂ ਦਾ ਉਲੰਘਣ ਹੋਵੇ। ਭਾਰਤ ਦਾ ਵਰਤਮਾਨ ਕਾਨੂੰਨ ਮੰਤਰੀ ਕੌਣ ਹੈ ਜੀ? ਨਿਰਮਲਾ ਸੀਤਾਰਮਨ, ਰਵੀ ਸ਼ੰਕਰ ਪ੍ਰਸਾਦ, ਸੁਬਰਮਣੀਅਮ, ਰਾਜਨਾਥ। ਸੋ ਰਾਈਟ ਹੈ ਜੀ, ਰਵੀ ਸ਼ੰਕਰ ਪ੍ਰਸਾਦ। ਜੋ ਨਿਰਮਲਾ ਸੀਤਾਰਮਨ ਨੇ ਉਹ ਵਰਤਮਾਨ ਵਿੱਤ ਮੰਤਰੀ ਨੇ। ਭਾਰਤ ਦੀ ਉੱਚਤਮ ਅਦਾਲਤ ਨੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੇ ਸਿਧਾਂਤ ਦਾ ਪ੍ਰਤੀਬਿੰਬਨ ਕਦੋਂ ਕੀਤਾ ਜਾਂ ਸੋਧ ਕਦੋਂ ਕੀਤੀ ਸੀ? 1967 ਵਿੱਚ ਗੋਲਕਨਾਥ ਦੇ ਮਾਮਲੇ ਵਿੱਚ,
1957 ਵਿੱਚ ਸੱਜਣ ਸਿੰਘ ਦੇ ਮਾਮਲੇ ਵਿੱਚ, 1973 ਦੇ ਕੇਸ਼ਵਾਨੰਦ ਭਾਰਤੀ ਮਾਮਲੇ ਵਿੱਚ ਪਹਿਲਾ ਤੇ ਦੂਜਾ ਦੋਵੇਂ। ਸੋ ਭਾਰਤੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਵਿੱਚ ਸੋਧ ਕੀਤੀ ਗਈ ਸੀ 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਦੇ ਮਾਮਲੇ ਵਿੱਚ। ਉੱਚਤਮ ਅਦਾਲਤ ਦੇ ਜੱਜ ਦਾ ਹੋਰ ਉੱਚ ਅਦਾਲਤ ਵਿੱਚ ਤਬਾਦਲਾ ਕਿਸ ਦੀ ਸਲਾਹ 'ਤੇ ਹੋ ਸਕਦਾ ਹੈ? ਰਾਸ਼ਟਰਪਤੀ ਦੁਆਰਾ, ਮੁੱਖ ਜੱਜ ਦੀ ਸਲਾਹ 'ਤੇ, ਰਾਸ਼ਟਰਪਤੀ ਦੁਆਰਾ, ਰਾਜਪਾਲ ਦੀ ਸਲਾਹ 'ਤੇ, ਸਰਵਉੱਚ ਅਦਾਲਤ ਦੇ ਜੱਜਾਂ ਦੀ ਸਲਾਹ 'ਤੇ। ਸੋ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਸਲਾਹ 'ਤੇ ਕਿਸੇ ਉੱਚ ਅਦਾਲਤ ਦੇ ਜੱਜ ਦਾ ਤਬਾਦਲਾ ਹੋਰ ਅਦਾਲਤ ਵਿੱਚ ਕੀਤਾ ਜਾ ਸਕਦਾ। ਪੰਜਾਬ ਪੰਚਾਇਤ ਐਕਟ ਕਦੋਂ ਪਾਸ ਕੀਤਾ ਗਿਆ? ਪੰਜਾਬ ਐਕਟ ਪਾਸ ਕਦੋਂ ਕੀਤਾ ਗਿਆ ਜੀ? 1991, 1893, 1894, 1993। ਸੋ ਰਾਈਟ ਹੈ ਜੀ 1993। ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ ਪੰਚਾਇਤ ਰਾਜ ਦੀ ਸਥਾਪਨਾ 1957, 59, 52 ਅਕਤੂਬਰ 59 ਕਦੋਂ ਕੀਤੀ ਗਈ ਸੀ ਜੀ? 2 ਅਕਤੂਬਰ 1959। ਪੰਚਾਇਤੀ ਰਾਜ ਨਾਲ ਸੰਬੰਧਿਤ ਸੋਧ ਕਦੋਂ ਕੀਤੀ ਗਈ? 73ਵੀਂ ਸੋਧ 1994, 73ਵੀਂ ਸੋਧ 92। ਸੋ ਕਦੋਂ ਕੀਤੀ ਗਈ ਸੀ ਜੀ? 73ਵੀਂ ਸੋਧ 1992। ਰਾਈਟ ਆਨਸਰ ਹੈ ਜੀ 73ਵੀਂ ਸੋਧ, ਸੰਵਿਧਾਨਿਕ ਸੋਧ 1992 ਦੇ ਵਿੱਚ ਪੰਚਾਇਤੀ ਰਾਜ ਨਾਲ ਸੰਬੰਧਿਤ ਵਿਵਸਥਾ ਕੀਤੀ ਗਈ। ਪੰਚਾਇਤੀ ਰਾਜ ਦਾ ਸਭ ਤੋਂ ਉੱਪਰਲਾ ਸਦਨ ਪੱਧਰ ਕਿਹੜਾ ਹੈ ਜੀ? ਨਗਰ ਪ੍ਰੀਸ਼ਦ, ਜ਼ਿਲ੍ਹਾ ਪ੍ਰੀਸ਼ਦ, ਨਗਰ ਨਿਗਮ, ਉਪਰੋਕਤ ਵਿੱਚੋਂ ਕੋਈ ਨਹੀਂ। ਰਾਈਟ ਹੈ ਜੀ ਜ਼ਿਲ੍ਹਾ ਪ੍ਰੀਸ਼ਦ। ਕਿਸ ਦੀ ਸਿਫਾਰਸ਼ 'ਤੇ ਭਾਰਤ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ? ਅਸ਼ੋਕ ਮਹਿਤਾ ਕਮੇਟੀ, ਬਲਵੰਤ ਰਾਏ ਮਹਿਤਾ ਕਮੇਟੀ, ਕਲਿਆਣਕਾਰੀ ਕਮੇਟੀ, ਸਿੰਧਵੀ ਕਮੇਟੀ। ਸੋ ਰਾਈਟ ਹੈ ਜੀ ਬਲਵੰਤ ਰਾਏ ਮਹਿਤਾ ਕਮੇਟੀ। ਪੰਚਾਇਤੀ ਰਾਜ ਕਿਸ ਵੰਸ਼ ਦੀ ਦੇਣ ਹੈ? ਪੱਲਵ, ਚੌਲ, ਚਾਲੁਕਿਆ, ਰਾਸ਼ਟਰਕੂਟ। ਸੋ ਜੋ ਪੰਚਾਇਤੀ ਰਾਜ ਹੈ ਉਹ ਚੌਲ ਵੰਸ਼ ਦੀ ਦੇਣ ਹੈ ਜੀ। ਬਲਾਕ ਤੇ ਪੰਚਾਇਤ ਸਮਿਤੀ ਵਿੱਚ ਕਿੰਨੇ ਪਿੰਡ ਸ਼ਾਮਲ ਹੁੰਦੇ ਹਨ? 20 ਤੋਂ 30, 20 ਤੋਂ 40, 20 ਤੋਂ 60, 20 ਤੋਂ 50। ਸੋ ਕਿੰਨੇ ਪਿੰਡ ਸ਼ਾਮਲ ਹੈ ਜੀ? 20 ਤੋਂ 60। ਭਾਰਤ ਵਿੱਚ ਸਭ ਤੋਂ ਪਹਿਲਾਂ ਲਾਰਡ ਮਿਊ ਨੇ ਸਥਾਨਕ ਸਵੈ ਸ਼ਾਸਨ ਸਥਾਪਿਤ ਕਰਨ ਦੀ ਇੱਛਾ ਕਦੋਂ ਪ੍ਰਗਟ ਕੀਤੀ? 1870 ਵਿੱਚ, 1871 ਵਿੱਚ, 1872 ਈਸਵੀ ਵਿੱਚ, 1873 ਵਿੱਚ। ਸੋ ਰਾਈਟ ਹੈ ਜੀ 1871 ਵਿੱਚ। ਪੰਚਾਇਤੀ ਰਾਜ ਲਾਗੂ ਕਰਨ ਵਾਲਾ ਦੂਸਰਾ ਰਾਜ ਕਿਹੜਾ ਹੈ ਜੀ? ਰਾਜਸਥਾਨ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼। ਸੋ ਰਾਈਟ ਹੈ ਜੀ ਆਂਧਰਾ ਪ੍ਰਦੇਸ਼। ਸਭ ਤੋਂ ਪਹਿਲਾਂ ਰਾਜਸਥਾਨ, ਫਿਰ ਆਂਧਰਾ ਪ੍ਰਦੇਸ਼ ਦੇ ਵਿੱਚ ਪੰਚਾਇਤੀ ਰਾਜ ਲਾਗੂ ਕੀਤਾ ਗਿਆ ਸੀ। ਅਸ਼ੋਕ ਮਹਿਤਾ ਕਮੇਟੀ ਨੇ ਆਪਣੀ ਰਿਪੋਰਟ ਕਦੋਂ ਪੇਸ਼ ਕੀਤੀ? 1983, 1984, 1982 ਅਤੇ 1985। ਸੋ ਕਦੋਂ ਕੀਤੀ ਸੀ ਜੀ ਪੇਸ਼ ਆਪਣੀ ਰਿਪੋਰਟ? ਅਸ਼ੋਕ ਮਹਿਤਾ ਕਮੇਟੀ ਨੇ 1985। 73ਵਾਂ ਅਤੇ 74ਵਾਂ ਸੰਸ਼ੋਧਨ ਕਦੋਂ ਲਾਗੂ ਹੋਏ? 1992, 1993, 1994, 1985। ਕਦੋਂ ਹੋਏ ਸੀਗੇ ਜੀ? 1993। 1993 ਆਏਗਾ ਜੀ ਰਾਈਟ ਆਨਸਰ। 73ਵੇਂ ਸੰਸ਼ੋਧਨ ਦੁਆਰਾ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਜੋੜੀ ਗਈ? 10ਵੀਂ, 11ਵੀਂ, 12ਵੀਂ। 73ਵੇਂ ਸੰਸ਼ੋਧਨ ਨਾਲ ਜੀ 11ਵੀਂ ਅਨੁਸੂਚੀ ਹੈ ਜੋ ਭਾਰਤੀ ਸੰਵਿਧਾਨ ਵਿੱਚ ਜੋੜੀ ਗਈ ਸੀ। ਪੰਚਾਇਤਾਂ ਦਾ ਕਾਰਜਕਾਲ ਕਿੰਨਾ ਹੁੰਦਾ ਜੀ? 5 ਸਾਲ। ਮਨਰੇਗਾ ਨੂੰ ਸਮੁੱਚੇ ਭਾਰਤ ਵਿੱਚ ਕਦੋਂ ਲਾਗੂ ਕੀਤਾ ਗਿਆ? 1 ਅਪ੍ਰੈਲ 2008, 1 ਜਨਵਰੀ 2008, 1 ਅਪ੍ਰੈਲ 2007, 1 ਜਨਵਰੀ 2007। ਸੋ 1 ਅਪ੍ਰੈਲ 2008 ਨੂੰ ਮਨਰੇਗਾ ਨੂੰ ਪੂਰੇ ਭਾਰਤ ਵਿੱਚ ਲਾਗੂ ਕੀਤਾ ਗਿਆ। ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਮਨਰੇਗਾ ਦੀ ਫੁੱਲ ਫਾਰਮ ਕੀ ਹੈ।
74वें संशोधन नाल किहड़ी अनुसूची जोड़ी गई? 10वीं, 11वीं, 12वीं, 9वीं। सो 74वें संशोधन नाल 12वीं अनुसूची जोड़ी गई सी जी। 73वें नाल 11वीं, 74वें दे नाल 12वीं। GVK राव समिति की स्थापना कदों की गई? 1985 दे विच। 73वां संशोधन कदों पास होया? 92, 93, 91, 94। सो 73वां संशोधन होया सी 1992 दे विच जी। वीडियो नूं वध तों वध लाइक, कमेंट ते शेयर जरूर करियो जी, ते साडे WhatsApp ग्रुप दे विच जरूर ज्वाइन करियो। सानूं मैसेज कर सकदे हो 97 1500 8800। MP लैंड दा गठन कदों होया? जो MP ने उन्हां नूं फंड आउंदा ਉਹ विकास कोष के अधीन आउंदा। कदों गठन किया गया सी जी? 1995, 1996, 1997, 1998। सो राइट है जी 1995। राइट 1995 दे विच MP लैंड दी गठन किया गया सी। पंजाब विच पंचायती राज कदों? पंचायती राज चोणां कदों होईयां? दिसंबर 2018, दिसंबर 2019, जनवरी 2018, जनवरी 2019। सो दिसंबर 2018 दे विच पंजाब विच पंचायती चोणां होईयां सी जी। पंचायत किन्ने रुपए तक का दंड दे सकती है? 500 तो 1000 तक। कितना दंड दे सकते जी? 1000 तक। नगर परिषद लई जनसंख्या कितनी होनी चाहिए है? नगर परिषद लई जनसंख्या 20,000 तो 3 लाख तक के विचकार होनी चाहिए जी, फिर नगर परिषद की स्थापना की जा सकती है। टाउन एरिया कमेटी स्थापित की जाती है कस्बियां दे विच जी। मध्य प्रदेश विच पंचायतां दे विच महिलावां दा राखवांकरण कितना है जी? 50%। ग्राम पंचायत के मुखी की चोण किस द्वारा की जाती है? चेयरमैन द्वारा, ग्राम सभा द्वारा, पंचायत सकत्तर द्वारा, इन्हां विचों कोई नहीं। किस द्वारा की जाती जी? ग्राम सभा द्वारा। किस संविधानिक सोध द्वारा औरतों लिए 1/3 सीटां राखवियां कीतियां गईयां? 42वें संविधानिक सोध द्वारा, 72वें सोध द्वारा, 46वें ते 73वें सोध द्वारा। सो 73वें सोध द्वारा पंचायती चोणां दे विच औरतां दे लई 1/3 सीटां राखवियां कीतियां गईयां सी। 51 अगे करांगे जी। 97वां संशोधन कदों होया? 2011, 2010, 2009, 2008। सो राइट है जी 2011। राज की परिभाषा किस आर्टिकल विच है? आर्टिकल 43, आर्टिकल 44, आर्टिकल 45। सो राज की जो भाषा है वो आर्टिकल 40 दे विच दिती गई है जी, सॉरी 43 दे विच, 43 दे विच दिती गई है जी। बयालीवां संशोधन कदों होया? 1976, 1977, 78, 80। 42वां संशोधन होया सीगा जी 1976 दे विच। किहड़ा आर्टिकल समाजवादी निर्देशक सिद्धांतां दे नाल संबंधित है? राज दी नीति दे निर्देशक सिद्धांतां दे नाल संबंधित समाजवादी सिद्धांतां दे नाल किहड़ा आर्टिकल? आर्टिकल 40। ਨਿਆਂਯੋਗ नहीं ਹਨ मौलिक अधिकार नीति के निर्देशक सिद्धांत पहला ते दूजा दोवें। राज की नीति के निर्देशक सिद्धांत ਨਿਆਂਯੋਗ नहीं ਹਨ। संविधान सभा का सलाहकार KT शाह, BN राव, अंबेडकर, राजेंद्र प्रसाद। सो राइट है जी BN राव। नागरिकों के लिए एक समान सिविल सहायता किहड़े आर्टिकल विच है जी? आर्टिकल 42, आर्टिकल 43, आर्टिकल 44। आर्टिकल 44 दे विच जी। आर्टिकल 44 इतिहासक स्मारकों की रखिया नाल संबंधित आर्टिकल। इतिहासक स्मारकों की रखिया के नाल संबंधित
ਆਰਟੀਕਲ ਕਿਹੜਾ ਜੀ? ਆਰਟੀਕਲ 49। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਸੰਬੰਧਿਤ ਹੈ। ਆਰਟੀਕਲ 49 ਦੇ ਅਧੀਨ ਇਤਿਹਾਸਕ ਸਮਾਰਕਾਂ ਦੀ ਰੱਖਿਆ ਕੀਤੀ ਜਾਏਗੀ। ਰਾਜਾਂ ਨੂੰ ਗ੍ਰਾਮ ਪੰਚਾਇਤ ਸਥਾਪਿਤ ਕਰਨ ਦਾ ਆਦੇਸ਼ ਕੌਣ ਦਿੰਦਾ? ਕਿਹੜਾ ਆਰਟੀਕਲ ਦਿੰਦਾ? ਰਾਜਾਂ ਨੂੰ ਪੰਚਾਇਤ ਸਥਾਪਿਤ ਕਰਨ ਦਾ ਅਧਿਕਾਰ ਹੈ ਜੋ ਆਰਟੀਕਲ 40। ਆਰਟੀਕਲ 40 ਆਏਗਾ ਜੀ। ਪ੍ਰੋਫੈਸਰ SP ਸ਼ਰਮਾ ਨੇ ਨਿਰਦੇਸ਼ਕ ਸਿਧਾਂਤਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ? ਕਿੰਨੇ ਭਾਗਾਂ ਵਿੱਚ ਵੰਡਿਆ ਜੀ? 3 ਭਾਗਾਂ ਦੇ ਵਿੱਚ। ਖੇਤੀਬਾੜੀ ਤੇ ਪਸ਼ੂ ਪਾਲਣ ਨਾਲ ਸੰਬੰਧਿਤ ਆਰਟੀਕਲ ਕਿਹੜਾ ਜੀ? ਆਰਟੀਕਲ 48, ਆਰਟੀਕਲ 47, ਆਰਟੀਕਲ 46 ਤੇ ਆਰਟੀਕਲ 45। ਖੇਤੀਬਾੜੀ ਤੇ ਪਸ਼ੂ ਪਾਲਣ ਨਾਲ ਸੰਬੰਧਿਤ ਹੈ ਜੀ ਆਰਟੀਕਲ 48। 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਸਿੱਖਿਆ ਦੇ ਨਾਲ ਸੰਬੰਧਿਤ ਆਰਟੀਕਲ ਕਿਹੜਾ ਜੀ? ਆਰਟੀਕਲ 45। ਕਲਿਆਣਕਾਰੀ ਰਾਜ ਦੀ ਧਾਰਨਾ ਕਿਸ ਅਨੁਛੇਦ ਵਿੱਚ ਹੈ? 37, 37, 38, 40। ਸੋ ਆਰਟੀਕਲ 38 ਦੇ ਵਿੱਚ ਕਲਿਆਣਕਾਰੀ ਰਾਜ ਦੇ ਨਾਲ ਸੰਬੰਧਿਤ ਘੋਸ਼ਣਾ ਕੀਤੀ ਗਈ ਹੈ ਜੀ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹੈ? ਭਾਗ 4, ਭਾਗ 3, ਭਾਗ 2, ਭਾਗ 5। ਸੋ ਰਾਈਟ ਹੈ ਜੀ ਭਾਗ 4। ਚੌਥੇ ਭਾਗ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਜੀ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਹਨ? ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਜੀ, ਆਇਰਲੈਂਡ ਤੋਂ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਇੱਕ ਅਜਿਹਾ ਚੈੱਕ ਹਨ ਜੋ ਬੈਂਕ ਦੀ ਸੁਵਿਧਾ ਅਨੁਸਾਰ ਅਦਾ ਕਰਨਾ ਹੈ। ਇਹ ਕਥਨ ਕਿਸ ਦਾ ਹੈ? ਇਹ ਕਥਨ ਹੈ ਜੀ KT ਸ਼ਾਹ ਦਾ। KT ਸ਼ਾਹ ਨੇ ਕਿਹਾ ਸੀ ਕਿ ਜੋ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹ ਇੱਕ ਅਜਿਹਾ ਚੈੱਕ ਹਨ ਜਿਸ ਨੂੰ ਪਾਸ ਕਰਨਾ ਬੈਂਕ ਦੀ ਸੁਵਿਧਾ ਅਨੁਸਾਰ ਉਹਨਾਂ ਬੈਂਕ 'ਤੇ ਡਿਪੈਂਡ ਕਰਦਾ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਇਹ ਕਥਨ ਕਿਸ ਦਾ ਹੈ ਜੀ? ਇਹ ਕਥਨ ਹੈ ਜੀ ਡਾਕਟਰ BR ਅੰਬੇਡਕਰ ਦਾ। ਆਇਰਲੈਂਡ ਨੇ ਕਦੋਂ ਆਪਣੇ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤਾਂ ਨੂੰ ਸ਼ਾਮਲ ਕੀਤਾ? ਆਇਰਲੈਂਡ ਨੇ ਕੀਤਾ ਸੀਗਾ ਜੀ 1937 ਦੇ ਵਿੱਚ। ਸੰਵਿਧਾਨ ਦਾ ਭਾਗ 4 ਕਿਸ ਨਾਲ ਸੰਬੰਧਿਤ ਹੈ? ਚੌਥਾ ਭਾਗ ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ। ਚੌਥਾ ਭਾਗ ਹੈ ਸੰਬੰਧਿਤ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ। ਸਮਾਨ ਕੰਮ ਸਮਾਨ ਵੇਤਨ ਦਾ ਅਧਿਕਾਰ ਕਿਸ ਆਰਟੀਕਲ ਅਧੀਨ ਦਿੱਤਾ ਗਿਆ ਜੀ? ਆਰਟੀਕਲ 39, 40, 41, 42। ਸੋ ਇਹ ਅਧੀਨ ਹੈ ਜੀ ਆਰਟੀਕਲ 39 ਦੀ। ਕਲਿਆਣਕਾਰੀ ਰਾਜ ਕਿਸ ਦੇ ਅਧੀਨ? ਆਰਟੀਕਲ 38 ਦੇ। ਆਰਟੀਕਲ 48A ਕਿਸ ਸੋਧ ਅਧੀਨ ਜੋੜਿਆ ਗਿਆ? 86ਵੀਂ ਸੋਧ, 97ਵੀਂ, 44ਵੀਂ, 70ਵੀਂ। ਸੋ 44ਵੀਂ ਸੋਧ ਦੇ ਅਧੀਨ ਆਰਟੀਕਲ 48A ਜੋੜਿਆ ਗਿਆ ਜੀ। ਸਮਾਨ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ ਮੌਲਿਕ ਅਧਿਕਾਰ ਨੇ ਜੀ। ਇਹ ਮੌਲਿਕ ਕਰਤੱਵ ਨੇ, ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ। ਸੋ ਕੀ ਨੇ ਜੀ ਇਹ? ਨਿਰਦੇਸ਼ਕ ਸਿਧਾਂਤ। ਅਨੁਸੂਚਿਤ ਜਾਤੀਆਂ ਜਨਜਾਤੀਆਂ ਨਾਲ ਸੰਬੰਧਿਤ ਆਰਟੀਕਲ ਜੀ। ਆਰਟੀਕਲ 46। ਆਰਟੀਕਲ 46 ਪਹਿਲਾ ਆਏਗਾ ਜੀ। ਵਿੱਤ ਦੀ ਬਰਾਬਰ ਵੰਡ ਨਾਲ ਸੰਬੰਧਿਤ ਨੀਤੀ ਦਾ ਨਿਰਦੇਸ਼ਕ ਸਿਧਾਂਤ। ਆਰਟੀਕਲ 38, 39, 40। ਸੋ ਰਾਈਟ ਹੈ ਜੀ ਆਰਟੀਕਲ 39। ਨੀਤੀ ਨਿਰਦੇਸ਼ਕ ਸਿਧਾਂਤ ਸਮਾਜ ਦੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਦੇ ਹਨ। ਇਹ ਕਥਨ ਕਿਸ ਦਾ ਜੀ? ਪੰਡਿਤ ਜਵਾਹਰ ਲਾਲ ਨਹਿਰੂ ਦਾ। ਸੋ ਇਹ ਸੀ ਸਾਡੇ ਐਤਵਾਰ ਟੈਸਟ ਦੇ ਨਾਗਰਿਕ ਸ਼ਾਸਤਰ ਦੇ ਨਾਲ ਸੰਬੰਧਿਤ 75 ਮਹੱਤਵਪੂਰਨ ਪ੍ਰਸ਼ਨ। ਮੈਨੂੰ ਉਮੀਦ ਹੈ ਕਿ ਆਪ ਸਭ ਨੇ ਵੀਡੀਓ ਜ਼ਰੂਰ ਧਿਆਨ ਦੇ ਨਾਲ ਵੇਖੀ ਹੋਏਗੀ ਅਤੇ ਇਹ ਟੈਸਟ ਆਪ ਦੇ ਲਈ ਬਹੁਤ ਫਾਇਦੇਮੰਦ ਹੋਏਗਾ। ਹੁਣ ਇਸ ਵੀਡੀਓ ਦੇ ਵਿੱਚੋਂ 75 ਦੇ ਵਿੱਚੋਂ 5 ਪ੍ਰਸ਼ਨ ਤੁਹਾਨੂੰ ਜ਼ਰੂਰ ਪੁੱਟ ਕੀਤੇ ਜਾਣਗੇ ਜੀ, ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਦੇਣੇ ਆ ਜੀ। ਕਲਿਆਣਕਾਰੀ ਰਾਜ ਦੀ ਸਥਾਪਨਾ ਕਿਸ ਆਰਟੀਕਲ ਅਧੀਨ ਕੀਤੀ ਗਈ ਹੈ ਜੀ? ਕਲਿਆਣਕਾਰੀ ਰਾਜ ਦੀ ਸਥਾਪਨਾ ਕਿਸ ਆਰਟੀਕਲ ਅਧੀਨ ਕੀਤੀ ਗਈ ਹੈ? ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਹਨ? ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਹਨ? ਪੰਚਾਇਤੀ ਰਾਜ ਕਿਸ ਵੰਸ਼ ਦੀ ਦੇਣ ਹੈ? ਪੰਚਾਇਤੀ
ਰਾਜ ਕਿਸ ਵੰਸ਼ ਦੀ ਦੇਣ ਹੈ? ਪੰਚਾਇਤੀ ਰਾਜ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਹੈ? ਪੰਚਾਇਤੀ ਰਾਜ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਹੈ? ਆਰਟੀਕਲ 124 ਕਿਸ ਨਾਲ ਸੰਬੰਧਿਤ ਹੈ? ਆਰਟੀਕਲ 124 ਕਿਸ ਨਾਲ ਸੰਬੰਧਿਤ ਹੈ? ਸੋ ਇਹ ਸੀ 5 ਪ੍ਰਸ਼ਨ ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟ ਵਿੱਚ ਦੇਣੇ ਆ ਜੀ। ਇਸ ਤੋਂ ਇਲਾਵਾ ਸਾਡੇ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਜੀ, ਜਿਸ ਦੇ ਵਿੱਚ ਤੁਹਾਨੂੰ ਹਰ ਰੋਜ਼ ਹੈਂਡ ਰਿਟਨ ਨੋਟਸ ਅਤੇ ਵੀਡੀਓ ਪ੍ਰੋਵਾਈਡ ਕਰਵਾਏ ਜਾਂਦੇ ਨੇ ਅਤੇ ਹਰ ਇੱਕ ਐਤਵਾਰ ਨੂੰ 150 ਪ੍ਰਸ਼ਨਾਂ ਦਾ ਟੈਸਟ ਵੀ ਲਿਆ ਜਾਂਦਾ ਜੀ। ਸੋ ਜ਼ਰੂਰ ਜੇਕਰ ਕਿਸੇ ਵੀ ਸਾਥੀ ਨੇ ਜੁੜਨਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800। ਵੀਡੀਓ ਨੂੰ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।